ਮੇਰੀ ਮੰਮਾ ਦੀ ਡੈਥ ਹੋ ਗਈ। ਉਸ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਚਲਾ ਗਿਆ। ਯਾਰ ਦੋਸਤ ਕਹਿੰਦੇ ਕਿ ਆ ਲਾ ਕੇ ਦੇਖ ਇੱਕ ਵਾਰੀ, ਤਾਂ ਪਹਿਲੀ ਵਾਰੀ ਉਹਨਾਂ ਨੇ ਮੈਨੂੰ ਲਵਾਇਆ। ਘਰ ਦੇ ਵੀ ਦੇਖਣ ਆਉਂਦੇ ਸੀ ਬਾਰ-ਬਾਰ ਕਿ ਹਾਂ ਹੈਗਾ ਵੀ ਹੈ ਕਿ ਨਹੀਂ ਹੈਗਾ ਇਹ। ਤੇ ਇੱਕ ਦੋ ਵਾਰੀ ਤਾਂ ਇੰਨਾ ਕੁ ਹੋ ਗਿਆ ਕਿ ਮੈਂ ਡਿੱਗ ਹੀ ਪਿਆ ਸੀਗਾ ਕਿ ਇੰਨਾ ਨੀਲਾ ਹੀ ਰੰਗ ਪੈ ਗਿਆ ਸੀਗਾ ਤੇ ਇੰਨਾ ਕੁ ਬੇਸੁੱਧ ਹੋ ਗਿਆ ਸੀ ਕਿ ਮੈਂ ਰਾਹਾਂ ਗਲੀਆਂ 'ਚ ਹੀ ਸੌਂਦਾ ਹੁੰਦਾ ਸੀ। ਪਾਰਕਾਂ 'ਚ ਸੌਣ ਲੱਗ ਗਿਆ ਸੀ। ਨੱਕ ਦੇ ਵਿੱਚੋਂ ਖੂਨ ਵੀ ਨਿਕਲ ਆਉਂਦਾ ਸੀ ਕਿ ਇੰਨਾ ਕੁ ਬੇਹਾਲ ਹੋ ਜਾਂਦਾ ਸੀਗਾ। ਜਦੋਂ ਮੈਂ ਪਹਿਲੀ ਵਾਰੀ ਆਇਆ ਮੈਂ ਇੱਥੇ ਵੀ ਲੈ ਕੇ ਖੜਾ ਹੋਇਆ ਸੀਗਾ। ਜੇ ਮੈਂ ਕਿਹਾ ਮੈਂ ਤਲਬ ਲੱਗੂਗੀ ਤਾਂ ਮੈਂ ਲਾ ਕੇ ਆਊਂਗਾ। ਜਦੋਂ ਮੇਰੇ ਤੇ ਲੇ ਹੈਂਡ ਹੋਇਆ ਤੇ ਮੈਂ ਉਸ ਤੋਂ ਬਾਅਦ ਡਿੱਗ ਗਿਆ। ਮੈਨੂੰ ਕੋਈ ਵੀ ਬੇਸੁੱਧ ਨਹੀਂ ਰਹੀ। ਮੈਂ ਉਸੇ ਟਾਈਮ ਜਦੋਂ ਮੈਂ ਉੱਠਿਆ ਮੈਂ ਉਹਨੂੰ ਬਾਹਰ ਸਿੱਟ ਕੇ ਆਇਆ। ਮੈਂ ਕਿਹਾ ਅੱਜ ਤੋਂ ਬਾਅਦ ਮੈਨੂੰ ਕੋਈ ਤਲਬ नहीं लगूगी। भाई क्या नाम है आपका? मेरा नाम संजू है जी। कहाँ के रहने वाले हैं आप? लुधियाने दे जी। और क्या गवाही आपके जीवन की, अपनी गवाही को बताएं। ਮੇਰੀ ਗਵਾਹੀ ਹੈ ਜੀ ਕਿ ਮੈਂ ਨਸ਼ੇ ਬਹੁਤ ਕਰਦਾ ਹੁੰਦਾ ਸੀਗਾ ਜੀ। ਮੇਰੀ ਮੰਮਾ ਦੀ ਡੈਥ ਹੋ ਗਈ। ਉਸ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਚਲਾ ਗਿਆ ਕਿ ਮੈਂ ਇੰਨਾ ਕੁ ਡਿਪਰੈਸ਼ਨ 'ਚ ਚਲਾ ਗਿਆ ਕਿ ਮੈਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀਗਾ ਕਿ ਮੈਂ ਕੀ ਕਰਾਂ ਕਿ ਮੈਂ ਉਦਾਸ ਜਿਹਾ ਬਹੁਤ ਰਹਿੰਦਾ ਹੁੰਦਾ ਸੀਗਾ। ਜਦੋਂ ਮੈਂ ਸਕੂਲੇ ਜਾਂਦਾ ਹੁੰਦਾ ਸੀਗਾ, ਪਹਿਲੀ ਵਾਰੀ ਮੈਂ ਸਕੂਲੇ ਗਿਆ ਜਦੋਂ ਮੈਂ ਛੁੱਟੀਆਂ ਹੋ ਗਈਆਂ, ਬਹੁਤ ਛੁੱਟੀਆਂ ਹੋ ਗਈਆਂ ਮੇਰੀਆਂ, ਮੈਂ ਜਾਂਦਾ ਨਹੀਂ ਸੀ ਸਕੂਲੇ। ਤੇ ਉਸ ਤੋਂ ਬਾਅਦ ਯਾਰ ਦੋਸਤ ਕਹਿੰਦੇ ਕੀ ਹੋਇਆ ਤੈਨੂੰ, ਤੂੰ ਸਕੂਲੇ ਨਹੀਂ ਆਉਂਦਾ। ਮੈਂ ਕਿਹਾ ਮੈਂ ਬਹੁਤ ਡਿਪਰੈਸ਼ਨ 'ਚ, ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ। ਤੂੰ ਕਹਿੰਦੇ ਇੱਕ ਵਾਰੀ ਮੇਰੇ ਨਾਲ ਚੱਲ ਤਾਂ ਸਹੀ, ਤੇਰਾ ਡਿਪਰੈਸ਼ਨ ਵੀ ਦੂਰ ਹੋ ਜਾਊਗਾ, ਤੂੰ ਇੱਕ ਵਾਰੀ ਚੱਲ ਮੇਰੇ ਨਾਲ। ਮੈਂ ਕਿਹਾ ਅੱਛਾ ਚੱਲਦੇ ਹਾਂ। ਤੇ ਗਿਆ ਮੈਂ ਪਹਿਲੀ ਵਾਰੀ ਉਹਨਾਂ ਨੇ ਗਿਆ। ਉਹ ਕਹਿੰਦੇ ਆ ਲਾ ਕੇ ਦੇਖ ਇੱਕ ਵਾਰੀ, ਤੈਨੂੰ ਕੁਛ ਨਹੀਂ, ਬਹੁਤ ਆਨੰਦ ਮਹਿਸੂਸ ਹੋਊਗਾ, ਤੂੰ ਬਹੁਤ ਹੀ ਮੌਜਾਂ ਮਾਣੇਗਾ, ਤੂੰ ਇੱਕ ਵਾਰੀ ਇਹ ਕਰਕੇ ਦੇਖ। ਮੈਨੂੰ ਨਹੀਂ ਪਤਾ ਸੀ ਉਹ ਕੀ ਸੀਗਾ ਕੀ ਨਹੀਂ ਸੀਗਾ, ਉਹ ਪਰ ਵਾਈਟ ਸੀਗਾ। ਤੇ ਪਹਿਲੀ ਵਾਰੀ ਉਹਨਾਂ ਨੇ ਮੈਨੂੰ ਲਵਾਇਆ ਤੇ ਪਹਿਲੀ ਵਾਰੀ ਉਹਨਾਂ ਨੇ ਮੈਨੂੰ ਇੱਦਾਂ ਇੰਜੈਕਸ਼ਨ ਤੇ ਲਵਾਇਆ ਤੇ ਉਹ ਕਹਿੰਦੇ ਲਾ ਕੇ ਦੇਖ ਮਜ਼ਾ ਆਇਆ ਕਿ ਨਹੀਂ ਆਇਆ। ਮੈਂ ਕਿਹਾ ਹਾਂਜੀ ਬਹੁਤ ਮਜ਼ਾ ਆਇਆ। ਮੈਂ ਕਿਹਾ ਤੇ ਮੈਂ ਡਿਪਰੈਸ਼ਨ 'ਚੋਂ ਬਾਹਰ ਆਉਣ ਲੱਗ ਗਿਆ। ਮੈਂ ਸਕੂਲੇ ਫੇਰ ਖੁਸ਼ੀ ਜਾਣ ਲੱਗਾ। ਇੱਕ ਵਾਰੀ ਲਾਇਆ ਉਹਨਾਂ ਨੇ, ਦੂਜੀ ਵਾਰੀ ਫੇਰ ਲਵਾਇਆ, ਮੈਂ ਫੇਰ ਲਾ ਲਿਆ, ਤੀਜੀ ਵਾਰੀ ਫੇਰ ਲਵਾਇਆ। ਤੇ ਕਹਿੰਦੇ ਚੌਥੇ ਦਿਨ ਕਹਿੰਦੇ ਹੁਣ ਇੱਦਾਂ ਨਹੀਂ ਗੁਜ਼ਾਰਾ ਹੋਣਾ ਹੈਗਾ ਤੇ ਹੁਣ ਮੈਨੂੰ ਪੈਸੇ ਦੇ। ਤੇ ਮੈਂ ਕਿਹਾ ਅੱਛਾ, ਮੈਂ ਕਿਹਾ ਪੈਸੇ ਦੇ। ਤੇ ਮੈਂ ਪੈਸੇ ਦਿੱਤੇ ਉਹਨਾਂ ਨੂੰ ਤੇ ਉਹ ਲੈ ਕੇ ਆਏ ਉਸੇ ਟਾਈਮ ਤੇ ਦਿੱਤੇ ਤੇ ਉਹ ਲੈ ਕੇ ਆਏ ਤੇ ਉਹ ਕਹਿੰਦੇ ਲਾ। ਫਿਰ ਲਾਇਆ ਉਹਨਾਂ ਦੇ ਨਾਲ ਤੇ ਲਾ ਕੇ ਉਹ ਕਹਿੰਦੇ ਚੱਲ ਹੁਣ ਫਿਰ ਹੌਲੀ ਹੌਲੀ ਵੱਧਦਾ ਹੀ ਗਿਆ ਮੈਂ ਉਹਨਾਂ ਦੇ ਨਾਲ। ਇੰਨਾ ਕਿ ਵੱਧ ਗਿਆ ਕਿ ਇੰਨੀ ਬੇਸੁੱਧ ਹੋ ਗਿਆ ਸੀ ਮੈਂ ਨਸ਼ੇ ਦੇ ਵਿੱਚ। चिट्टे का नशा और वो इंजेक्शन के रूप में आपने अपनी नाड़ों में, बॉडी में लगाना शुरू कर दिया था। हाँ जी। और गलत संगति की वजह से आपके दोस्तों ने कहा था कि ये अच्छी चीज है, लगाकर देख, आपका डिप्रेशन जो है वो एकदम से चला जाएगा। हाँ जी। और ऐसे ही आपके जीवन में नशे की शुरुआत हो गई थी। हाँ जी। और उसके बाद दिन प्रतिदिन आपका जो ये नशा था, चिट्टे का इंजेक्शन जो थे, इंजेक्शन लगाते थे? हाँ जी। खुद लगाते थे? ਪਹਿਲਾਂ ਤਾਂ ਉਹਨਾਂ ਨੇ ਲਾਇਆ ਤੇ ਉਸ ਤੋਂ ਬਾਅਦ ਮੈਂ ਆਪ ਲਾਉਣ ਲੱਗ ਗਿਆ। ਇੰਨਾ ਕੁ ਲਾਉਣ ਲੱਗ ਗਿਆ ਕਿ ਮੈਂ ਇੰਨਾ ਬੇਸੁੱਧ ਹੋ ਗਿਆ ਸੀ ਕਿ ਘਰ ਦੇ ਵੀ ਦੇਖਣ ਆਉਂਦੇ ਸੀ ਬਾਰ-ਬਾਰ ਕਿ ਹਾਂ ਹੈਗਾ ਵੀ ਹੈ ਕਿ ਨਹੀਂ ਹੈਗਾ ਇਹ। ਕਿ 3-4 ਵਾਰੀ ਰਾਤ ਨੂੰ ਉੱਠ ਕੇ ਦੇਖਦੇ ਹੁੰਦੇ ਸੀਗੇ ਕਿ ਹੈਗਾ, ਹਿਲਾ ਕੇ ਦੇਖਦੇ ਸੀ ਸੰਜੂ ਹੈਗਾ ਆ ਕਿ ਨਹੀਂ ਹੈਗਾ ਤੂੰ। ਤੇ ਇੱਕ ਦੋ ਵਾਰੀ ਤਾਂ ਇੰਨਾ ਕੁ ਹੋ ਗਿਆ ਕਿ ਮੈਂ ਡਿੱਗ ਹੀ ਪਿਆ ਸੀਗਾ ਕਿ ਇੰਨਾ ਨੀਲਾ ਹੀ ਰੰਗ ਪੈ ਗਿਆ ਸੀਗਾ ਕਿ ਹਾਂ ਅੰਦਰੋਂ ਹੀ। ਜਦੋਂ ਵਾਸ਼ਰੂਮ 'ਚ ਗਿਆ ਮੈਂ ਜਾ ਕੇ ਆਪਣੇ ਇੰਜੈਕਸ਼ਨ ਲਾਇਆ ਤੇ ਇੰਜੈਕਸ਼ਨ ਲਾਇਆ ਮੈਂ ਉੱਥੇ ਹੀ ਰਹਿ ਗਿਆ। ਤੇ ਉਹਨਾਂ ਨੇ ਕੁੰਡਾ ਕਾਂਡਾ ਖੋਲ੍ਹਿਆ ਤੇ ਮੈਂ ਬਾਹਰ ਆਇਆ। ਤੇ ਮੈਂ ਬਾਹਰ ਆ ਕੇ ਦੇਖਿਆ ਤੇ ਮੈਨੂੰ ਕੋਈ ਬੇਸੁੱਧ ਨਹੀਂ ਸੀਗੀ। ਮੈਨੂੰ ਉਹਨਾਂ ਨੇ ਪਾਇਆ। ਇੱਕ ਵਾਰੀ ਹੋਇਆ ਮੈਂ ਫੇਰ ਚਲਾ ਗਿਆ ਉੱਥੇ ਹੀ। ਮੈਂ ਫੇਰ ਲਾਉਣ ਲੱਗ ਗਿਆ। ਲਾਂਦਾ ਇੰਨਾ ਕੁ ਵੱਧ ਗਿਆ ਮੈਂ ਰਾਹਾਂ ਗਲੀਆਂ ਦੇ ਵਿੱਚ ਸੌਣ ਲੱਗ ਗਿਆ। ਉਹਨਾਂ ਨੇ ਵੀ ਕਹਿੰਦੇ ਹੁਣ ਇਹ ਸਾਡੇ ਤੋਂ ਕੰਟਰੋਲ ਤੋਂ ਬਾਹਰ ਆ ਕੇ ਹੁਣ ਇਹ ਸਾਡੇ ਤੋਂ ਹੁਣ ਕੁਝ ਵੀ ਨਹੀਂ ਹੋ ਸਕਦਾ। ਤੇ ਮੈਂ ਉਹਨਾਂ ਦੇ ਅੱਗੇ ਇਹ ਕਹਿੰਦਾ ਹੁੰਦਾ ਸੀਗਾ ਜਾਂ ਮੈਨੂੰ ਕਿੱਥੇ ਛੱਡਿਓ ਜਾਂ ਮੈਨੂੰ ਕਿੱਥੇ ਜੇ ਬਾਹਰ ਕੱਢ ਦਿਓ। ਜੇ ਮੈਂ ਤਾਂ ਨਹੀਂ ਕੁਝ ਵੀ ਨਹੀਂ ਕਰ ਸਕਦਾ, ਮੇਰੇ ਵਾਸ 'ਚ ਹੈ ਨੀਗਾ। ਮੈਂ ਪੈਰੀ ਪੈਂਦਾ ਹੁੰਦਾ ਸੀ ਜਾਂ ਮੈਨੂੰ ਛੱਡ ਦਿਓ ਜਾਂ ਮੈਨੂੰ ਆਪਣੀ ਲਾਈਫ ਜੀਣ ਦਿਓ। ਤੇ ਇੰਨਾ ਕੁ ਬੇਸੁੱਧ ਹੋ ਗਿਆ ਸੀ ਕਿ ਮੈਂ ਰਾਹਾਂ ਗਲੀਆਂ 'ਚ ਹੀ ਸੌਂਦਾ ਹੁੰਦਾ ਸੀ। ਪਾਰਕਾਂ 'ਚ ਸੌਣ ਲੱਗ ਗਿਆ ਸੀ। ਘਰਦਿਆਂ ਨੇ ਵੀ ਕਿ ਮੇਰੇ ਪਿੱਛੇ ਨਹੀਂ ਆਉਂਦੇ ਹੁੰਦੇ ਸੀਗੇ ਕਿ ਹਾਂ ਕਿ ਇਹਨਾਂ ਨੂੰ ਮੈਂ ਲੱਭ ਕੇ ਲਿਆਵਾਂ ਕਿੱਥੇ। ਇੱਕ ਦੋ ਵਾਰੀ ਆਏ ਤੇ ਫਿਰ ਮੈਂ ਇੰਨਾ ਕੁ ਪਿੱਛੇ ਮੁੜਿਆ ਹੀ ਨਹੀਂ, ਅੱਗੇ ਵੱਧਦਾ ਹੀ ਗਿਆ। आपने बताया कि इंजेक्शन 4-4 बार आप एक दिन में चिट्टे के इंजेक्शन लगाते थे और उसकी वजह से अभी आपने बताया कि इतने ज़्यादा आप बेसुध हो जाते थे कि आपको कुछ भी आपका पता नहीं रहता था। हाँ और कई बार आप ऐसे गलियों में गिरे रहते थे कभी। उसके बाद आपने बताया कि घर वाले रोकते थे मगर आप उनकी बात बिल्कुल भी सुनते नहीं थे। हाँ और जी। इस चिट्टे के नशे के अलावा भी आपने और नशे भी किए? ਹੋਰ ਮੈਂ ਡਰਿੰਕ ਕਰਦਾ ਸੀਗਾ, ਸਿਗਰਟਾਂ ਪੀਂਦਾ ਸੀਗਾ। जब आप इंजेक्शन लगाते थे, चिट्टे के इंजेक्शन लगाते थे, उसके बाद ये शराब का नशा भी साथ में ही कर लेते थे? ਹਾਂਜੀ। ओवरडोज करते थे नशे की? ਹਾਂਜੀ ਕੁਛ ਵੀ ਨਹੀਂ। ਫਿਰ ਮੈਂ ਵੱਧਦਾ ਇੰਨਾ ਵੱਧ ਗਿਆ ਸੀਗਾ ਕਿ ਮੈਨੂੰ ਨਸ਼ਾ ਵੀ ਕੁਛ ਨਹੀਂ ਕਰਦਾ ਸੀਗਾ। ਮੈਂ ਦਿਹਾੜੀ 'ਚ 4-5 ਵਾਰੀ ਲਾਉਂਦਾ ਹੁੰਦਾ ਸੀਗਾ। 4-5 ਵਾਰੀ ਲਾਉਣ ਤੋਂ ਬਾਅਦ ਵੀ ਮੈਨੂੰ ਕੁਛ ਨਹੀਂ ਕਹਿੰਦਾ ਹੁੰਦਾ ਸੀਗਾ। ਤਲਬ ਲੱਗਦੀ ਸੀਗੀ। ਫਿਰ ਮੈਂ ਉੱਪਰੋਂ ਦਾਰੂ ਪੀਂਦਾ ਹੁੰਦਾ ਸੀਗਾ ਤੇ ਦਾਰੂ ਪੀਂਦਾ ਪੈਗ ਲਾਉਣ ਤੋਂ ਬਾਅਦ ਵੀ ਫਿਰ ਮੈਨੂੰ ਫਿਰ ਵੀ ਕੁਛ ਨਹੀਂ ਕਰਦਾ ਹੁੰਦਾ। ਮੈਂ ਇੰਨੀਆਂ ਸਿਗਰਟਾਂ ਪੀਂਦਾ ਹੁੰਦਾ ਸੀ, ਦਿਹਾੜੀ ਦੀਆਂ 2-2 ਡੱਬੀਆਂ ਖਾਲੀ ਕਰ ਦਿੰਦਾ ਹੁੰਦਾ ਸੀਗਾ। और आपने बताया कि जब आपके पास पैसे नहीं होते थे तो आपके जो यार दोस्त होते थे
वो आपको नशा करवा देते थे। ਹਾਂਜੀ, ਜਦੋਂ ਪੈਸਿਆਂ ਦਾ ਹੱਲ ਨਹੀਂ ਹੁੰਦਾ ਸੀਗਾ ਤਾਂ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਸੀਗਾ, ਜਾਂ ਕੋਈ ਨਾ ਕਿਤੋਂ ਉਹ ਲੈ ਕੇ ਆਉਂਦੇ ਸੀਗੇ, ਜਾਂ ਕਹਿੰਦੇ ਸੀ ਚੱਲ ਲਾ ਲਾ ਅੱਜ ਇਹ ਟੁੱਟਿਆ ਪਿਆ ਆ। ਕੋਈ ਬੁਰਾ ਹਾਲ ਹੋ ਜਾਂਦਾ ਸੀਗਾ, ਕਦੇ ਖੂਨ ਵੀ ਨਿਕਲਿਆ ਆਉਂਦਾ ਹੁੰਦਾ ਸੀ, ਨੱਕ ਦੇ ਵਿੱਚੋਂ ਖੂਨ ਵੀ ਨਿਕਲਿਆ ਆਉਂਦਾ ਸੀ ਕਿ ਇੰਨਾ ਕੁ ਬੇਹਾਲ ਹੋ ਜਾਂਦਾ ਸੀਗਾ ਜੇ ਕੁਝ ਵੀ ਨਹੀਂ ਹੁੰਦਾ ਸੀਗਾ ਮੈਨੂੰ। और आपकी जो संगति थी वो ऐसे ही लोगों के साथ थी जो खुद बहुत ज़्यादा नशा करते थे, और आपकी फैमिली आपके लिए कुछ नहीं कर पा रही थी, और आपने खुद भी कहा कि मैं भी इस नशे को छोड़ नहीं पा रहा था। आपने कई बार उनसे कहा कि मुझे कहीं पर ले जाओ, मेरा बस नहीं चलता, मैं इस नशे को छोड़ नहीं पा रहा। हाँ जी। और ऐसे ही आपका जीवन पूरी तरह से बर्बादी की कगार पर खड़ा था, और आप पुकार रहे थे कि कैसे मैं इस चीज़ से निकलूं। हाँ तो जी। फिर कैसे पता चला आपको अमृत संधू मिनिस्ट्री और चर्च के बारे में, प्रभु यीशु मसीह के बारे में कैसे पता चला? ਤੇ ਮੇਰਾ ਭਰਾ ਇੱਥੇ ਆਉਂਦਾ ਹੁੰਦਾ ਸੀਗਾ, ਤੇ ਭਰਾ ਕਹਿੰਦਾ ਮਾਸੀਆਂ ਕੋਲ ਜਾ, ਮਾਸੀ ਹੋਣੀ ਵੀ ਇੱਥੇ ਆਉਂਦੇ ਆ ਮੇਰੇ ਚਰਚ 'ਚ। ਤੇ ਮੈਂ ਪਹਿਲੀ ਵਾਰੀ ਇੱਥੇ ਮੈਂ ਆਇਆ 31 ਅਗਸਤ ਨੂੰ, ਬੁੱਧਵਾਰ ਵਾਲੇ ਦਿਨ ਆਇਆ ਇੱਥੇ ਮੈਂ। तो कैसा लगा जब पहली बार परमेश्वर की जीवित हजूरी में आए? ਜਦੋਂ ਮੈਂ ਪਹਿਲੀ ਵਾਰੀ ਆਇਆ ਤੇ ਪਾਪਾ ਜੀ ਵਿੱਚ ਆਏ ਸੀਗੇ, ਲੇ ਹੈਂਡ ਕੀਤਾ ਉਹਨਾਂ ਨੇ ਮੇਰੇ। नमक जमीन के ना मसा से चूरी गा हम नमक जमीन के मसा से चूरी गा हम ताली बजाओ उसकी मैं मादल से गाओ ताली बजाओ उसकी मैं मादल से गाओ। ਲੇ ਹੈਂਡ ਕੀਤਾ। ਉਹ ਤੋਂ ਬਾਅਦ ਜਦੋਂ ਮੈਨੂੰ ਲੇ ਹੈਂਡ ਹੋਇਆ ਮੈਨੂੰ ਕੁਝ ਵੀ ਨਹੀਂ ਪਤਾ ਲੱਗਾ ਹੈਗਾ। ਮੈਂ ਇੱਥੇ ਵੀ ਲੈ ਕੇ ਖੜਾ ਹੋਇਆ ਸੀਗਾ, ਜੇ ਮੈਂ ਕਿਹਾ ਮੈਂ ਤਲਬ ਲੱਗੂਗੀ ਤਾਂ ਮੈਂ ਲਾ ਕੇ ਆਊਂਗਾ, ਤੇ ਮੈਂ ਲੈ ਕੇ ਇੱਥੇ ਖੜਾ ਹੋਇਆ ਸੀਗਾ, ਆਪਣੀ ਜੇਬ ਦੇ ਵਿੱਚ ਪਾ ਕੇ ਖੜਾ ਹੋਇਆ ਸੀਗਾ। ਜਦੋਂ ਮੇਰੇ ਤੇ ਲੇ ਹੈਂਡ ਹੋਇਆ ਤੇ ਮੈਂ ਉਹ ਤੋਂ ਬਾਅਦ ਡਿੱਗ ਗਿਆ, ਮੈਨੂੰ ਕੋਈ ਵੀ ਬੇਸੁੱਧ ਨਹੀਂ ਰਹੀ। ਮੈਂ ਉਸੇ ਟਾਈਮ ਜਦੋਂ ਮੈਂ ਉੱਠਿਆ ਮੈਂ ਉਹਨੂੰ ਬਾਹਰ ਸਿੱਟ ਕੇ ਆਇਆ। ਮੈਂ ਕਿਹਾ ਅੱਜ ਤੋਂ ਬਾਅਦ ਮੈਨੂੰ ਕੋਈ ਤਲਬ ਨਹੀਂ ਲੱਗੂਗੀ। पहले आपका भरोसा नहीं था कि ऐसा क्या होगा, क्या सोचते थे उस समय मन में? ਮੈਂ ਇਹੀ ਸੋਚਦਾ ਸੀਗਾ ਕਿ ਹਾਂ ਮੇਰਾ ਕੋ ਕਦੇ ਛੁੱਟ ਨਹੀਂ ਸਕਦਾ ਹੈਗਾ, ਕੋਈ ਵੀ ਤਾਕਤ ਹੁਣੇ ਮੈਨੂੰ ਛੁਡਾ ਨਹੀਂ ਸਕਦੀ ਹੈਗੀ, ਕੁਝ ਵੀ ਨਹੀਂ ਹੋ ਸਕਦਾ। ਮੈਂ ਕਿਹਾ ਹੁਣ ਤਾਂ ਮੈਂ ਮਰ ਹੀ ਜਾਣਾ ਆ। और आपने जब ऐसा सोचा, मगर उससे सब कुछ उल्ट हुआ, सब कुछ बदल गया, सब कुछ अच्छा हो गया। प्रभु यीशु मसीह ने कहा पुरानी बातें बीत गई, देख मैंने सब कुछ नया कर दिया। और जो मसीह में है उन पर दंड की आज्ञा नहीं, क्योंकि वो शरीर के अनुसार नहीं अब आत्मा के अनुसार चलेंगे, क्योंकि परमेश्वर का आत्मा उसके नबी के बीच में से होकर काम करता है। और भाई अब 11 महीने हो चुके हैं इस नशे से, आप पूरी तरह से आजाद हो चुके हैं। हाँ जी। तो क्या कहना चाहते हैं उन लोगों को, खास करके यंगस्टर को, जो अभी जवान है, जो नशा करते हैं, अलग अलग तरह के नशों में फंसे हुए हैं, जकड़े हुए हैं? ਮੈਂ ਇਹੀ ਕਹਿਣਾ ਚਾਹੁੰਦਾ ਆ ਕਿ ਜੇ ਕੋਈ ਕਹਿੰਦਾ ਕਿ ਮੇਰੇ ਤੋਂ ਕੋਈ ਨਸ਼ਾ ਨਹੀਂ ਛੁੱਟਦਾ, ਉਹ ਇੱਥੇ ਆਵੇ। ਇੱਥੇ ਪ੍ਰਭੂ ਦੀ ਗ੍ਰੇਸ, ਅਦਭੁਤ ਗ੍ਰੇਸ ਆ, ਉਹ ਅਦਭੁਤ ਗ੍ਰੇਸ ਨਾਲ ਉਹ ਛੁੱਟ ਜਾਂਦਾ। ਮੈਂ ਜਦੋਂ ਪਹਿਲੀ ਵਾਰੀ ਆਇਆ ਮੈਂ ਵੀ ਇਹੀ ਸੋਚ ਕੇ ਆਇਆ ਸੀ ਕਿ ਮੇਰੇ ਤੋਂ ਕੁਝ ਹੋ ਨਹੀਂ ਸਕਦਾ, ਮੈਂ ਕਦੇ ਵੀ ਇਹਨੂੰ ਛੱਡ ਨਹੀਂ ਸਕਦਾ ਹੈਗਾ। ਤੁਸੀਂ ਆਓ ਇੱਕ ਵਾਰੀ ਇਹਨੂੰ ਮਹਿਸੂਸ ਕਰੋ, ਉਹਦੀ ਹਜ਼ੂਰੀ ਨੂੰ ਮਹਿਸੂਸ ਕਰੋ, ਕਿਉਂਕਿ ਉਹਦੇ ਬਚਨ 'ਚ ਲਿਖਿਆ ਕਿ ਮੇਰਾ ਅਨੁਗ੍ਰਹ ਤੇਰੇ ਤੇ ਸਦਾ ਹੀ ਬਣਿਆ ਰਹੇਗਾ। ਉਹ ਕਹਿੰਦਾ ਇੱਕ ਵਾਰੀ ਪੈਰ ਤਾਂ ਪੱਟੋ, ਮੈਂ ਤੇਰੇ ਨਾਲ 10 ਪੈਰ ਪੱਟਾਂਗਾ। ਇੱਕ ਵਾਰੀ ਆ ਕੇ ਦੇਖੋ ਮੇਰੇ ਵਿੱਚ ਆ ਕੇ, ਅਦਭੁਤ ਰੀਤੀ ਨਾਲ ਉਹ ਬਦਲ ਦਿੰਦਾ ਹੈ। हालेलुया, हालेलुया। अब देख सकते हैं इस भाई का जीवन कैसे बदल दिया प्रभु यीशु मसीह ने, जो हर समय नशे में रहता था, जिसको कोई सुध बुध नहीं रहती थी। आज परमेश्वर का वचन वो कितनी दलेरी के साथ बता रहा है। यही है परमेश्वर का आनंद, जो हमारा बल बनकर हमारे बीच में से होकर बात करता है।